शाही शहर पटियाले दे दो अमरिंदर, पहला जो झूठ बोल के मुख्यमंत्री की कुर्सी ते जा बैठा, दूजा जो सच बोल के चंगी भली नौकरी भी गवा बैठा। नहीं, कॉलेज वालों नहीं, उस व्यक्ति वालों अपनी कंस्ट्रक्शन की गई है, कॉलेज दे विच कीती गई है, सरकारी जगह। उस बंदे वालों भी कोई परमिशन नहीं ली गई सरकारी जमीन ते उसारी करन दी? कोई प्रवानगी नहीं ली गई जी उस वालों। ਉਹਦੇ ਖਿਲਾਫ ਵੀ ਤਾਂ ਪਰਚਾ ਬਣਦਾ? बिल्कुल बनता है जी। ਹੋਇਆ ਕੁਝ? नहीं, कुछ नहीं होया हजे तक। ਜਿਹੜੇ ਸਾਡੀਆਂ ਉਹ ਕੰਪਲੇਂਟ ਸੀਗਾ ਉਹਨਾਂ ਦੇ ਨਾਲ ਤੱਥ ਤੇ ਦਸਤਾਵੇਜ਼ ਨਾਲ ਨੱਥੀ ਸੀਗੇ। ਫਿਰ ਉਹ ਤਾਂ ਪਹਿਲਾਂ ਛੇੜਨੀਆਂ ਚਾਹੀਦੀਆਂ ਸੀਗੀਆਂ ਕਿਉਂਕਿ ਉਹ ਜਲਦੀ ਸੋਲਵ ਹੋਣ ਵਾਲੇ ਮੈਟਰ ਸੀਗੇ। ਜੇ ਤੁਸੀਂ ਤੱਥ ਸਾਰੇ ਦਿੱਤੇ ਨੇ ਨਾਲ, ਉਹ ਇਸ ਕਰਕੇ ਨਹੀਂ ਛੇੜੀਆਂ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਨਾਲ ਸੰਗੀਤਾ ਹਾਂਡਾ ਨੂੰ, ਮੌਜੂਦਾ ਪ੍ਰਿੰਸੀਪਲ ਨੂੰ, ਅੰਮ੍ਰਿਤ ਸਮਰਾ ਨੂੰ ਜਾਂ ਐਸਐਸ ਰੇਖੀ ਨੂੰ ਬਚਾਇਆ ਜਾ ਸਕੇ। ਮਤਲਬ ਜੇ ਵਿੱਤੀ ਬੇਨੀਮੀਆਂ ਸੀਗੀਆਂ ਤਾਂ ਹੀ ਉਹਨਾਂ ਨੇ ਫਾਈਲਾਂ ਗਾਇਬ ਕੀਤੀਆਂ ਹੋਣਗੀਆਂ। ਡੈਫੀਨੇਟਲੀ ਇਹੀ ਰੀਜ਼ਨ ਹੈਗਾ ਜੀ, ਹੋਰ ਕੀ ਰੀਜ਼ਨ ਹੋ ਸਕਦਾ? ਪੁਰਾਣੇ ਸਮੇਂ ਦੇ ਵਿੱਚ ਸੁਣਦੇ ਹੁੰਦੇ ਸੀ ਵੀ ਰੇਤ ਮਾਫੀਆ, ਠੀਕ ਹੈ, ਭੂ ਮਾਫੀਆ, ਪਰ ਇਹ ਹੁਣ ਸਿੱਖਿਆ ਮਾਫੀਆ ਜਿਹੜਾ ਨਵਾਂ ਸਾਡੇ ਯੁੱਗ ਦੇ ਵਿੱਚ ਉੱਭਰ ਕੇ ਆ ਰਿਹਾ ਹੈ, ਜਿਹੜਾ ਸਿੱਖਿਆ ਨੂੰ ਇੱਕ ਘੁਣ ਦੀ ਤਰ੍ਹਾਂ ਖਾ ਰਿਹਾ ਹੈ। शाही शहर पटियाले दे दो अमरिंदर, पहला जो झूठ बोल के मुख्यमंत्री की कुर्सी ते जा बैठा, दूजा जो सच बोल के चंगी भली नौकरी भी गवा बैठा। तुसी देख रहे हो द खबरसार ते मैं हाँ तुहाडे नाल ठाकुर अमनदीप सिंह। पहले नूं मिलना दा बड़ा औखा है, पर दूजा इस वेले साडे नाल मौजूद है अमरिंदर सिंह टिवाणा ते उन्हां दे साथी जशनदीप सिंह जोशी। अमरिंदर सिंह टिवाणा सरकारी महिंद्रा कॉलेज दे विच असिस्टेंट प्रोफैसर सी, उन्हां दे साथी भी। इन्हां नूं सच बोलण दी सज़ा मिली है क्योंकि सरकारी महिंद्रा कॉलेज दे विच कुछ वित्ती बेनीमियां हुईयां, भर्ती घोटाले होए या फिर सरकारी रिकॉर्ड नूं खुर्द-बुर्द भी किया गया, होर भी कई गड़बड़ हुई जिसनूं उजागर इन्हां वल्लों किया गया ते इनाम विच इन्हां नूं मिली टर्मिनेशन। अमरिंदर जी, सच बोलना तो चलो बड़ा महंगा पै गया, तुसी टीचर हो, तुसी तो बच्चों भी सिखाते होंगे कि सच बोलो, लेकिन तुसी डटे हुए हो, इस गल की वधाई भी है तुहानूं। हुण स्टेटस की है तुहाडे केस का, क्योंकि तकरीबन साल हो चुके है तुहाडे वल्लों इन्हां सारियां गल्लां नूं उजागर कीतिਆਂ ਨੂੰ? ਹਾਂਜੀ, ਸਾਡੇ ਵੱਲੋਂ ਇਹ ਕੰਪਲੇਂਟਸ 1.5 ਸਾਲ ਤੋਂ ਪਾਈਆਂ ਹੋਈਆਂ ਨੇ ਜੀ, ਤੇ ਅਸੀਂ ਲਗਾਤਾਰ ਇਹ ਲੜਾਈ ਲੜਦੇ ਆ ਰਹੇ ਹਾਂ ਤੇ ਅਸੀਂ ਭਵਿੱਖ ਵਿੱਚ ਵੀ ਲੜਾਂਗੇ। ਜਿਹੜਾ ਹੁਣ ਮੌਜੂਦਾ ਸਟੇਟਸ ਹੈ, ਇਹ ਸਾਡੀਆਂ ਇਨਕੁਆਇਰੀਜ਼ ਨੇ ਜਿਹੜੀਆਂ ਵਿਜੀਲੈਂਸ ਵਿਭਾਗ ਕੋਲ AIG ਆਸ਼ੀਸ਼ ਕਪੂਰ ਜੀ ਕੋਲ ਚੱਲ ਰਹੀਆਂ ਨੇ, ਤੇ ਉਹਨਾਂ ਵੱਲੋਂ ਇਹ ਤਫਤੀਸ਼ ਅਜੇ ਜਾਰੀ ਹੈ, ਹਜੇ ਕਿਸੇ ਨਤੀਜੇ ਤੇ ਨਹੀਂ ਪਹੁੰਚੇ। ਸਾਡੇ ਵੱਲੋਂ 9 ਕੰਪਲੇਂਟਸ ਨੇ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ, ਉਸ ਸਮੇਂ ਦੀ ਪ੍ਰਿੰਸੀਪਲ ਸੰਗੀਤਾ ਹਾਂਡਾ, ਪ੍ਰੋਫੈਸਰ SS ਰੇਖੀ, ਪ੍ਰੋਫੈਸਰ ਅੰਮ੍ਰਿਤ ਸਮਰਾ ਤੇ ਮੌਜੂਦਾ ਪ੍ਰਿੰਸੀਪਲ ਸਿਮਰਤ ਕੌਰ, ਇਹਨਾਂ ਦੇ ਖਿਲਾਫ ਕੀਤੀਆਂ ਗਈਆਂ ਨੇ। 9 ਕੰਪਲੇਂਟ ਸਾਰੀਆਂ ਤੁਹਾਡੀਆਂ ਵਿਜੀਲੈਂਸ ਤੇ ਵਿੱਚ ਹੀ ਚੱਲ ਰਹੀਆਂ ਨੇ ਜਾਂ ਕਿਤੇ ਹੋਰ ਵੀ ਇਨਕੁਆਇਰੀ ਲੱਗੀ ਸੀ? ਨਹੀਂ, ਇਹ 9 ਦੇ ਕਰੀਬ ਸਾਡੀਆਂ ਕੰਪਲੇਂਟਸ ਨੇ ਜਿਹੜੀਆਂ ਵਿਜੀਲੈਂਸ ਵਿਭਾਗ ਕੋਲ ਚੱਲ ਰਹੀਆਂ ਨੇ, ਤੇ 9 ਹੀ ਕੰਪਲੇਂਟ ਸਾਡੀਆਂ ਸੀ ਜਿਹੜੀਆਂ ਹਾਇਰ ਐਜੂਕੇਸ਼ਨ ਸੈਕਟਰੀ ਸਾਹਿਬ ਕੋਲ ਚੱਲ ਰਹੀਆਂ ਸੀਗੀਆਂ, ਜਿਨ੍ਹਾਂ ਉੱਪਰ ਉਹਨਾਂ ਨੇ ਸਿਰਫ 9 ਕੰਪਲੇਂਟਸ ਦੇ ਵਿੱਚੋਂ ਸਾਡੀਆਂ 2 ਕੰਪਲੇਂਟਸ ਨੂੰ ਕੰਸੀਡਰ ਕੀਤਾ, ਬਾਕੀ ਉਹਨਾਂ ਨੇ ਕੰਪਲੇਂਟਸ ਛੇੜੀਆਂ ਨਹੀਂ। ਉਹ ਨਾ ਛੇੜਨ ਦਾ ਕਾਰਨ ਸੀ ਜਿਹੜੇ ਸਾਡੀਆਂ ਉਹ ਕੰਪਲੇਂਟ ਸੀਗੀਆਂ ਉਹਨਾਂ ਦੇ ਨਾਲ ਤੱਥ ਤੇ ਦਸਤਾਵੇਜ਼ ਨਾਲ ਨੱਥੀ ਸੀਗੇ। ਫਿਰ ਉਹ ਤਾਂ ਪਹਿਲਾਂ ਛੇੜਨੀਆਂ ਚਾਹੀਦੀਆਂ ਸੀਗੀਆਂ ਕਿਉਂਕਿ ਉਹ ਜਲਦੀ ਸੋਲਵ ਹੋਣ ਵਾਲੇ ਮੈਟਰ ਸੀਗੇ। ਜੇ ਤੁਸੀਂ ਤੱਥ ਸਾਰੇ ਦਿੱਤੇ ਨੇ ਨਾਲ, ਉਹ ਇਸ ਕਰਕੇ ਨਹੀਂ ਛੇੜੀਆਂ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਨਾਲ ਸੰਗੀਤਾ ਹਾਂਡਾ ਨੂੰ, ਮੌਜੂਦਾ ਪ੍ਰਿੰਸੀਪਲ ਨੂੰ, ਅੰਮ੍ਰਿਤ ਸਮਰਾ ਨੂੰ ਜਾਂ SS ਰੇਖੀ ਨੂੰ ਬਚਾਇਆ ਜਾ ਸਕੇ। ਉਹ ਸਾਡੇ ਦਸਤਾਵੇਜ਼ ਨਾਲ ਲਗਾਏ ਹੋਏ ਸੀ ਜੋ ਕਲੀਅਰ ਕੱਟ ਇਹ ਚੀਜ਼ ਸਾਬਤ ਕਰਦੇ ਸੀ ਕਿ ਇਹ ਸਾਰੇ ਘੁਟਾਲੇ ਮਹਿੰਦਰਾ ਕਾਲਜ ਵਿੱਚ ਹੋਏ ਹਨ। ਉਹਨਾਂ ਦਸਤਾਵੇਜ਼ਾਂ ਬਾਰੇ ਜਸ਼ਨ ਜੀ ਕਦੇ ਜਿਨ੍ਹਾਂ ਤੇ ਤੁਹਾਡੇ ਵੱਲੋਂ ਇਲਜ਼ਾਮ ਲਾਏ ਗਏ ਨੇ, ਉਹਨਾਂ ਨੇ ਕਦੇ ਕਿਹਾ ਵੀ ਦਸਤਾਵੇਜ਼ ਝੂਠੇ ਨੇ? ਨਹੀਂ, ਇਹ ਤਾਂ ਨਹੀਂ ਕਿਹਾ ਝੂਠੇ ਨੇ, ਕਿਉਂਕਿ ਜਿਹੜੀ ਹੁਣ ਨਵੀਂ ਪ੍ਰਿੰਸੀਪਲ ਹੈ ਸਾਡੀ, ਜਦੋਂ ਇਹ ਆਏ ਅਸੀਂ ਇਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ, ਕਿਉਂਕਿ ਜਦੋਂ ਲਾਸਟ ਪ੍ਰਿੰਸੀਪਲ ਖਤਮ ਹੋਏ ਸੀ ਉਹਨਾਂ ਦਾ ਸਰਵਿਸ, ਤੇ ਅੰਮ੍ਰਿਤ ਸਮਰਾ ਨੇ ਬਰਸਰ, ਤੇ ਉਹਨਾਂ ਦੀ ਵੀ ਉਸ ਟਾਈਮ ਬਦਲੀ ਕਰ ਦਿੱਤੀ ਗਈ ਸੀਗੀ। ਤੇ ਜਦੋਂ ਉਹਨਾਂ ਦੀ ਬਦਲੀ ਹੋਈ ਤਾਂ ਇੱਕ ਪੁਸ਼ਪਿੰਦਰ ਹੈਗਾ ਅੰਮ੍ਰਿਤ ਸਮਰਾ ਜੀ ਦਾ ਕਲੋਜ਼ ਜਿਹਨੂੰ ਕਿਹਾ ਜਾਂਦਾ, ਉਹਨਾਂ ਨੇ ਅੰਮ੍ਰਿਤ ਸਮਰਾ ਜੀ ਦੇ ਕਮਰੇ ਵਿੱਚੋਂ ਕਾਫੀ ਫਾਈਲਾਂ ਉਠਾ ਕੇ ਉਹ ਲੈ ਕੇ ਗਏ। ਹਾਂਜੀ, ਔਰ ਇਹ ਗੱਲ ਪ੍ਰਿੰਸੀਪਲ ਮੈਡਮ ਨੂੰ ਅਸੀਂ ਕੰਪਲੇਂਟ ਲਿਖ ਕੇ ਦੱਸੀ, ਉਹਨਾਂ ਨੇ ਮੈਨੂੰ ਬਾਅਦ 'ਚ ਫੋਨ 'ਤੇ ਦੱਸਿਆ, ਕਹਿੰਦੇ ਵੀ ਜਿਹੜਾ ਪੁਸ਼ਪਿੰਦਰ ਹੈ ਵੀ ਮੈਂ ਉਹਦੇ ਨਾਲ ਗੱਲ ਕੀਤੀ ਹੈ ਆਪ, ਤੇ ਪੁਸ਼ਪਿੰਦਰ ਇਹ ਮੰਨ ਗਿਆ ਹੈਗਾ ਵੀ ਉਹ 4 ਫਾਈਲਾਂ ਚੱਕ ਕੇ ਲੈ ਕੇ ਗਿਆ। ਇਹ ਗੱਲ ਉਹਨਾਂ ਨੇ ਆਪ ਮੰਨੀ ਹੈ? ਉਹਨਾਂ ਨੇ ਆਪ ਮੰਨੀ ਹੈ। ਫਿਰ ਉਹਨਾਂ ਨੂੰ ਸਜ਼ਾ ਮਿਲੀ ਕੋਈ ਇਸ ਗੱਲ ਦੀ? ਸਰਕਾਰੀ ਰਿਕਾਰਡ ਨੂੰ ਖੁਰਦ-ਬੁਰਦ ਕਰਨਾ ਗੈਰ ਕਾਨੂੰਨੀ ਹੈ?
ਬਿਲਕੁਲ ਗੈਰ ਕਾਨੂੰਨੀ ਹੈ ਜੀ, ਲੇਕਿਨ ਹੈਰਾਨੀ ਦੀ ਗੱਲ ਇਹੀ ਹੈ ਵੀ ਨਾ ਤਾਂ ਪੁਸ਼ਪਿੰਦਰ ਦੇ ਉੱਤੇ ਕੋਈ ਐਫ ਆਈ ਆਰ ਕਰਾਈ ਗਈ, ਨਾ ਹੀ ਕਿਸੇ ਹੋਰ ਅਥਾਰਟੀ ਤੇ, ਕਿਉਂਕਿ ਜੋ ਵੀ ਹੋਇਆ ਜੇ ਪੁਸ਼ਪਿੰਦਰ ਹੈ ਤਾਂ ਆਬਵੀਅਸਲੀ ਮਿਸਟਰ ਅੰਮ੍ਰਿਤ ਸਮਰਾ ਵੀ ਵਿੱਚ ਇਨਵੋਲਵ ਹੈਗੇ ਆ, ਤੇ ਕਿਉਂਕਿ ਉਹਨਾਂ ਦੇ ਕਮਰੇ ਵਿੱਚੋਂ ਜਾ ਰਹੀਆਂ ਜਿਹੜੀਆਂ ਫਾਈਲਾਂ, ਚਾਬੀ ਉਹਨਾਂ ਕੋਲ ਹੀ ਹੁੰਦੀ ਹੈ। ਉਹ ਬਰਸਰ ਹੈ, ਬਰਸਰ ਦੇ ਕੋਲੇ ਫਾਈਨੈਂਸ ਦਾ ਚਾਰਜ ਹੁੰਦਾ। ਹੁਣ ਜੇ ਬਰਸਰ ਦੇ ਕਮਰੇ ਵਿੱਚੋਂ ਫਾਈਲਾਂ ਗਈਆਂ ਤਾਂ ਆਬਵੀਅਸਲੀ ਉਹ ਫਾਈਨੈਂਸ ਨਾਲ ਰਿਲੇਟਡ ਫਾਈਲਾਂ ਹੋਣਗੀਆਂ। ਕੋਈ ਅਟੈਂਡੈਂਸ ਰਜਿਸਟਰ ਤਾਂ ਬਰਸਰ ਦੇ ਕਮਰੇ 'ਚ ਹੁੰਦੇ ਨਹੀਂ ਵੀ ਉੱਥੋਂ ਕੋਈ ਚੱਕ ਕੇ ਲੈ ਗਿਆ। ਮਤਲਬ ਜੇ ਵਿੱਤੀ ਬੇਨੀਮੀਆਂ ਸੀਗੀਆਂ ਤਾਂ ਹੀ ਉਹਨਾਂ ਨੇ ਫਾਈਲਾਂ ਗਾਇਬ ਕੀਤੀਆਂ ਹੋਣਗੀਆਂ। ਡੈਫੀਨੇਟਲੀ ਇਹੀ ਰੀਜ਼ਨ ਹੈਗਾ ਜੀ, ਹੋਰ ਕੀ ਰੀਜ਼ਨ ਹੋ ਸਕਦਾ? ਇਹਦਾ ਬੰਦਾ ਸੱਚਾ ਹੋਵੇ, ਬੰਦਾ ਦਾ ਚੱਕ ਕੇ ਫਾਈਲ ਸਾਹਮਣੇ ਲਿਆਂਦਾ। ਦੇਖੋ ਜੀ, ਬਿਲਕੁਲ ਜੀ ਸਹੀ ਗੱਲ ਹੈ ਤੁਹਾਡੀ। ਜਿਹੜੀਆਂ ਵੀ ਸਾਡੀਆਂ ਕੰਪਲੇਂਟਾਂ ਸੀਗੀਆਂ ਅਸੀਂ ਉਹਦੇ ਵਿੱਚ ਸਾਰੇ ਦਸਤਾਵੇਜ਼ ਨਾਲ ਲਗਾਏ ਹੋਏ ਸੀਗੇ। ਉਹ ਦਸਤਾਵੇਜ਼ ਜਿਹੜੇ ਸੀ ਉਹ ਪ੍ਰੋਫੈਸਰ ਰੇਖੀ ਜਾਂ ਪ੍ਰੋਫੈਸਰ ਅੰਮ੍ਰਿਤ ਸਮਰਾ ਜਾਂ ਉਸ ਸਮੇਂ ਦੇ ਪ੍ਰਿੰਸੀਪਲ ਜਾਂ ਮੌਜੂਦਾ ਪ੍ਰਿੰਸੀਪਲ, ਇਹਨਾਂ ਦੀ ਕਸਟਡੀ ਦੇ ਵਿੱਚ ਹੁੰਦੇ ਨੇ। ਠੀਕ ਹੈ ਨਾ, ਇਹੀ ਉਹਦੇ ਉੱਤੇ ਜੋ ਵੀ ਕਰ ਰਹੇ ਨੇ ਟੈਂਪਰਿੰਗ ਕਰ ਰਹੇ ਨੇ। ਸਮੇਂ-ਸਮੇਂ ਤੇ ਸਾਨੂੰ ਪਤਾ ਲੱਗ ਰਿਹਾ ਵੀ ਇਹਦੇ ਵਿੱਚ ਨਵੇਂ ਮਤੇ ਪਾਏ ਜਾ ਰਹੇ ਨੇ, ਫਲਾਣੇ ਟੀਚਰ ਤੋਂ ਜ਼ਬਰਦਸਤੀ ਸਾਈਨ ਕਰਵਾਏ ਗਏ, ਉਹ ਸਾਰਾ ਸਾਨੂੰ ਪਤਾ ਲੱਗ ਰਿਹਾ। ਇਸੇ ਕਰਕੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਫੋਰੈਂਸਿਕ ਜਾਂਚ ਕਰਵਾਉਣ ਜਾ ਰਹੇ ਹਾਂ। ਬਿਲਕੁਲ ਦੇਖੋ ਹੋਣੀ ਵੀ ਚਾਹੀਦੀ ਹੈ, ਲੇਕਿਨ ਕਈ ਵਾਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ, ਅਸੀਂ ਕਈ ਖਬਰਾਂ ਕੀਤੀਆਂ ਨੇ, ਖਬਰਾਂ ਦੇ ਅਸਰ ਹੁੰਦੇ ਵੀ ਦੇਖੇ ਨੇ, ਪਰ ਉਦੋਂ ਬੜਾ ਦੁੱਖ ਹੋਇਆ ਸੀ ਜਦੋਂ ਪਿਛਲੇ ਸਾਲ ਅਗਸਤ ਮਹੀਨੇ ਸ਼ਾਇਦ ਅਸੀਂ ਖਬਰ ਕੀਤੀ ਸੀ ਬਈ ਸੱਚ ਬੋਲਣਾ ਭਾਰੀ ਪਿਆ ਤੇ 3 ਜੋ ਅਸਿਸਟੈਂਟ ਪ੍ਰੋਫੈਸਰ ਨੇ ਉਹ ਨੌਕਰੀ ਗਵਾ ਬੈਠੇ ਨੇ, ਕਿਉਂਕਿ ਖਬਰ ਚੱਲੀ। ਉਸ ਤੋਂ ਬਾਅਦ ਇਹਨਾਂ ਨੂੰ ਟਰਮੀਨੇਟ ਕੀਤਾ ਗਿਆ। ਉਦੋਂ ਬੜਾ ਦੁੱਖ ਹੋਇਆ ਸੀ ਵੀ ਖਬਰ ਦਾ ਨੈਗੇਟਿਵ ਕਿਤੇ ਅਸਰ ਹੁੰਦਾ ਨਜ਼ਰ ਆਇਆ, ਪਰ ਇਹ ਲੜਾਈ ਲੜ ਰਹੇ ਨੇ। ਟਿਵਾਣਾ ਸਾਹਿਬ, ਇੱਕ ਗੱਲ ਮੈਂ ਜ਼ਰੂਰ ਪੁੱਛਾਂਗਾ, ਦਰਸ਼ਕਾਂ ਨੂੰ ਜ਼ਰੂਰ ਦੱਸੋ ਬਈ ਸਰਕਾਰੀ ਮਹਿੰਦਰਾ ਕਾਲਜ ਵਿੱਚ ਕਿਹੜੀਆਂ ਬੇਨੀਮੀਆਂ ਤੁਸੀਂ ਕਹਿ ਲਓ ਜਾਂ ਗੜਬੜ ਜਿਹੜੀਆਂ ਹੋ ਰਹੀ ਸੀ, ਕਿਹੜੇ ਮਾਮਲੇ ਤੁਸੀਂ ਉਜਾਗਰ ਕੀਤੇ ਨੇ, ਖਾਸ ਕਰਕੇ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ। ਦੇਖੋ ਜੀ, ਪਹਿਲਾਂ ਤਾਂ ਜਿਹੜਾ ਪੀਟੀਏ ਸਟਾਫ ਹੈ ਵਿੱਚ, ਉਹਦੇ ਵਿੱਚ ਬਿਨਾਂ ਕਿਸੇ ਐਡਵਰਟਾਈਜ਼ਮੈਂਟ ਤੋਂ, ਬਿਨਾਂ ਕਿਸੇ ਸਬਜੈਕਟ ਐਕਸਪਰਟ ਤੋਂ, ਬਿਨਾਂ ਕਿਸੇ ਆਪਣਾ ਇੰਟਰਵਿਊ ਤੋਂ ਸਟਾਫ ਰੱਖਿਆ ਗਿਆ, ਜੋ ਹੁਣ ਮੌਜੂਦਾ ਸਮੇਂ ਦੇ ਵਿੱਚ ਪਰਮਾਨੈਂਟ ਹੋਣ ਲਈ ਸਰਕਾਰ ਉੱਤੇ ਪ੍ਰੈਸ਼ਰ ਬਣਾ ਰਹੇ ਨੇ। ਜੋ ਕਿ ਉਹ ਭਰਤੀ ਆ ਉਹ ਪੀਪੀਐਸਸੀ ਦੇ ਥਰੂ ਹੁੰਦੀ ਹੈ। ਪਹਿਲੀ ਗੱਲ ਤਾਂ ਸਾਡੀ ਇਹ ਹੈ। ਦੂਜੀ ਸੀ HEIS ਦੇ ਵਿੱਚ ਬਹੁਤ ਸਾਰੀ ਭਰਤੀ ਹੋਈ ਜਿਹਦੇ ਵਿੱਚ ਨਾਨ ਟੀਚਿੰਗ, ਟੀਚਿੰਗ, ਸੋ ਉਹ ਆਪਣੇ ਚਹੇਤਿਆਂ ਨੂੰ ਰੱਖਣ ਲਈ, ਉਹਨਾਂ ਨੂੰ ਖੁਸ਼ ਕਰਨ ਲਈ ਉਹਨਾਂ ਦੇ ਬੰਦੇ ਰੱਖੇ ਗਏ, ਬਿਨਾਂ ਕਿਸੇ ਇੰਟਰਵਿਊ ਤੋਂ, ਬਿਨਾਂ ਕਿਸੇ ਇਸ਼ਤਿਹਾਰ ਤੋਂ, ਬਿਨਾਂ ਕਿਸੇ ਆਪਣਾ ਸਿਲੈਕਸ਼ਨ ਪੈਨਲ ਤੋਂ। ਇਹ ਸਾਡੇ ਸੀਗੇ ਜਿਹੜੇ ਭਰਤੀ ਨੂੰ ਲੈ ਕੇ ਸੀਗੇ। ਉਸ ਤੋਂ ਇਲਾਵਾ ਵਿੱਤੀ ਬੇਨੀਆਂ ਦੇ ਵਿੱਚ ਬਹੁਤ ਸਾਰਾ ਅਜਿਹਾ ਪੈਸਾ ਜਿਹੜਾ HEIS ਦੇ ਫੰਡ ਸੀ, PTA ਦੇ ਫੰਡ ਸੀਗੇ, ਜਿਨ੍ਹਾਂ ਨੂੰ ਗਲਤ ਤਰੀਕੇ ਨਾਲ ਪਹਿਲਾਂ ਤਾਂ ਬੱਚਿਆਂ ਤੋਂ ਵਸੂਲਿਆ ਗਿਆ, ਫਿਰ ਉਹਨੂੰ ਗਲਤ ਤਰੀਕੇ ਨਾਲ ਖਰਚਿਆ ਗਿਆ। ਕਾਲਜ ਦੇ ਵਿੱਚ ਕਈ ਤਰ੍ਹਾਂ ਦੀਆਂ ਉਸਾਰੀਆਂ ਕਰਵਾਈਆਂ ਗਈਆਂ ਬਿਨਾਂ ਕਿਸੇ ਹਾਇਰ ਐਜੂਕੇਸ਼ਨ ਸੈਕਟਰੀ ਦੀ ਪ੍ਰਵਾਨਗੀ ਤੋਂ, ਬਿਨਾਂ DPI ਦੀ ਪ੍ਰਵਾਨਗੀ ਤੋਂ ਸਿੱਧੇ ਰੂਪ ਵਿੱਚ ਉਸਾਰੀਆਂ ਕਰਾ ਲਈਆਂ ਗਈਆਂ। ਇਸ ਤੋਂ ਇਲਾਵਾ ਗੇਟ ਨੰਬਰ 2 ਦੇ ਉੱਤੇ ਇੱਕ ਆਪਣੇ ਚਹੀਤੇ ਨੂੰ ਸਰਕਾਰੀ ਜਗ੍ਹਾ ਦੇ ਉੱਤੇ ਦੁਕਾਨ ਬਣਾ ਕੇ ਦੇ ਦਿੱਤੀ ਗਈ। ਅੱਛਾ। ਜਿਸ ਕੋਲ ਇਸ ਵਕਤ, ਜਿਸ ਤੋਂ ਇਹ ਵੀ ਕਿਹਾ ਗਿਆ ਵੀ ਤੇਤੋਂ 3 ਸਾਲ ਲਈ ਕੋਈ ਕਿਰਾਇਆ ਨਹੀਂ ਲਿਆ ਜਾਏਗਾ। ਨਹੀਂ, ਕਿਰਾਇਆ ਕਿਉਂ ਨਹੀਂ ਲੈਣਾ? ਉਹ ਨਾਲੇ ਬਣਾ ਕੇ ਪਰਮਿਸ਼ਨ ਤੋਂ ਬਣਵਾ ਕੇ ਦਿੱਤੀ ਹੈ, ਕਿਸੇ ਦੀ ਲਈ ਪਰਮਿਸ਼ਨ ਜਾਂ ਐਵੇਂ ਬਣਾ ਕੇ ਦਿੱਤੀ? ਸਾਡੇ ਵੱਲੋਂ ਸ਼ਿਕਾਇਤ ਦੇ ਵਿੱਚ ਕਲੀਅਰ ਲਿਖਿਆ ਗਿਆ ਸੀ ਵੀ ਇਹ ਗਲਤ ਤਰੀਕੇ ਨਾਲ ਉਸਾਰੀ ਹੋਈ ਹੈ। ਜਦੋਂ ਕਿ ਪ੍ਰਿੰਸੀਪਲ ਸੰਗੀਤਾ ਹਾਂਡਾ ਦੀ ਇਨਕੁਆਇਰੀ ਕੀਤੀ ਗਈ ਤਾਂ ਸਾਡੇ ਕੋਲ RTI ਦੇ ਵਿੱਚ ਦਸਤਾਵੇਜ਼ ਆਏ ਨੇ। ਉਹ ਮੰਨ ਗਈ ਹੈ ਵੀ ਉਹਨੇ ਪ੍ਰਵਾਨਗੀ ਨਹੀਂ ਲਈ। ਇੱਕ ਸਰਕਾਰੀ ਜਗ੍ਹਾ ਦੇ ਉੱਤੇ ਬਿਨਾਂ ਪ੍ਰਵਾਨਗੀ ਤੋਂ ਕੰਸਟਰਕਸ਼ਨ ਕਰਾਉਣਾ ਕਿਸੇ ਨਾ ਕਿਸੇ ਲਾਲਚ ਦੇ ਕਰਕੇ ਹੀ ਹੋ ਸਕਦਾ। ਇਹ ਕੰਸਟਰਕਸ਼ਨ ਕਾਲਜ ਵੱਲੋਂ ਕਰਵਾ ਕੇ ਦਿੱਤੀ ਗਈ? ਨਹੀਂ, ਕਾਲਜ ਵੱਲੋਂ ਨਹੀਂ, ਉਸ ਵਿਅਕਤੀ ਵੱਲੋਂ ਆਪਣੀ ਕੰਸਟਰਕਸ਼ਨ ਕੀਤੀ ਗਈ ਹੈ। ਕਾਲਜ ਦੇ ਵਿੱਚ ਕੀਤੀ ਗਈ ਹੈ ਸਰਕਾਰੀ ਜਗ੍ਹਾ। ਉਸ ਬੰਦੇ ਵੱਲੋਂ ਵੀ ਕੋਈ ਪਰਮਿਸ਼ਨ ਨਹੀਂ ਲਈ ਗਈ ਸਰਕਾਰੀ ਜ਼ਮੀਨ ਤੇ ਉਸਾਰੀ ਕਰਨ ਦੀ? ਕੋਈ ਪ੍ਰਵਾਨਗੀ ਨਹੀਂ ਲਈ ਗਈ ਜੀ ਉਸ ਵੱਲੋਂ। ਉਹਦੇ ਖਿਲਾਫ ਵੀ ਤਾਂ ਪਰਚਾ ਬਣਦਾ? ਬਿਲਕੁਲ ਬਣਦਾ ਜੀ। ਹੋਇਆ ਕੁਝ? ਨਹੀਂ, ਕੁਝ ਨਹੀਂ ਹੋਇਆ ਹਜੇ ਤੱਕ। ਕਾਲਜ ਵਿੱਚੋਂ ਜਿਹੜਾ ਰਿਕਾਰਡ ਗਾਇਬ ਹੋਇਆ ਸਭ ਤੋਂ ਵੱਡਾ, ਉਹ ਕਸਟੋਡੀਅਲ ਇਨਵੈਸਟੀਗੇਸ਼ਨ ਦੀ ਲੋੜ ਹੈ ਉਹਦੇ ਉੱਤੇ। ਜਦੋਂ ਕਿ ਰਿਕਾਰਡ ਗਾਇਬ ਹੋਣ ਸਰ ਪ੍ਰਿੰਸੀਪਲ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਸੀ ਵੀ ਉਹਦੇ ਉੱਤੇ FIR ਕਰਵਾਉਂਦੀ, ਤੇ ਉਹ ਜਿਹੜਾ ਰਿਕਾਰਡ ਗਾਇਬ ਹੋਇਆ ਸੀ ਉਹਨੂੰ ਰਿਕਵਰ ਕੀਤਾ ਜਾਂਦਾ ਇਹਨਾਂ ਪ੍ਰੋਫੈਸਰਾਂ ਦੇ ਕੋਲੋਂ। ਪਰ ਅਜਿਹਾ ਪ੍ਰਿੰਸੀਪਲ ਸਿਮਰਤ ਕੌਰ ਵੱਲੋਂ ਕੁਝ ਨਹੀਂ ਕੀਤਾ ਗਿਆ ਕਿਉਂਕਿ ਉਸ ਉੱਪਰ ਆਪ ਬਹੁਤ ਜ਼ਿਆਦਾ ਪੋਲੀਟੀਕਲ ਪ੍ਰੈਸ਼ਰ ਹੈ। ਤੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਜਿਹੜੇ ਹਾਇਰ ਐਜੂਕੇਸ਼ਨ ਕੋਲ ਤੁਹਾਡੀਆਂ ਕੰਪਲੇਂਟਾਂ ਗਈਆਂ ਸੀ 9, ਵੀ 7 ਦੇ ਨਾਲ ਤੁਸੀਂ ਦਸਤਾਵੇਜ਼ ਲਾ ਕੇ ਦਿੱਤੇ ਸੀ, ਇਸ ਕਰਕੇ ਸ਼ਾਇਦ ਉਹਨਾਂ ਨੇ ਛਿੜੀਆਂ ਹੀ ਨਹੀਂ ਕੰਪਲੇਂਟਾਂ। ਉਹ ਜਿਹੜੀਆਂ ਬਾਕੀ 2 ਰਹਿੰਦੀਆਂ ਨੇ ਉਹਨਾਂ ਤੇ ਜਵਾਬ ਜੂਬ ਆਏ ਕਿ ਨਹੀਂ? ਜਿਹੜੀਆਂ ਉਹ 2 ਕੰਪਲੇਂਟਾਂ ਉਹਨਾਂ ਨੇ ਕੰਸੀਡਰ ਕੀਤੀਆਂ ਨੇ
ਉਹਦੇ ਵਿੱਚ ਜਿਹੜਾ ਪਹਿਲੀ ਗੱਲ ਤਾਂ ਜਿਹੜਾ ਇਨਕੁਆਰੀ ਅਫਸਰ ਲਗਾਇਆ ਗਿਆ ਹਾਇਰ ਐਜੂਕੇਸ਼ਨ ਸੈਕਟਰੀ ਵੱਲੋਂ ਉਹ ਐਲੀਜੀਬਲ ਹੀ ਨਹੀਂ ਸੀ, ਕਿਉਂਕਿ ਉਹ ਲੈਕਚਰ ਕੇਡਰ ਦਾ ਸੀ ਤੇ ਲੈਕਚਰ ਕੇਡਰ ਦਾ ਵਿਅਕਤੀ ਇੱਕ ਪ੍ਰਿੰਸੀਪਲ ਕੇਡਰ ਦੀ ਇਨਵੈਸਟੀਗੇਸ਼ਨ ਕਿਵੇਂ ਕਰ ਸਕਦਾ? ਮਤਲਬ ਗੱਲ ਉਹੀ ਹੋਗੀ, ਐਸਐਸਪੀ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਕੋਈ ਐਸਐਚਓ ਕਿਵੇਂ ਕਰ ਸਕਦਾ? ਬਿਲਕੁਲ ਬਿਲਕੁਲ, ਉਹ ਕਿਸ ਤਰ੍ਹਾਂ ਉਹਦੇ ਖਿਲਾਫ ਜਾ ਕੇ ਲਿਖੂਗਾ? ਇਹੀ ਕਾਰਨ ਸੀ ਕਿ ਜਦੋਂ ਡਿਪਟੀ ਡੀਪੀਆਈ ਜੋ ਕਿ ਇੱਕ ਲੈਕਚਰ ਕੇਡਰ ਦਾ ਵਿਅਕਤੀ ਸੀ, ਉਹਨੇ ਜਦੋਂ ਪ੍ਰਿੰਸੀਪਲ ਸੰਗੀਤਾ ਹਾਂਡਾ ਦੀ ਇਨਕੁਆਰੀ ਕੀਤੀ ਤਾਂ ਉਸ ਤੋਂ ਵੱਖ-ਵੱਖ ਸਵਾਲ ਪੁੱਛੇ ਜੋ ਅਸੀਂ ਆਪਣੀਆਂ ਕੰਪਲੇਂਟਾਂ ਦੇ ਵਿੱਚ ਪਾਏ ਸੀ, ਜਿਸ ਵਿੱਚ ਸਾਰਿਆਂ ਦੇ ਵਿੱਚ ਸੰਗੀਤਾ ਹਾਂਡਾ ਗਿਲਟੀ ਪਾਈ ਗਈ। ਗਿਲਟੀ ਪਾਈ ਜਾਣ ਦੇ ਬਾਵਜੂਦ ਇਨਕੁਆਰੀ ਅਫਸਰ ਖੁਦ ਲਿਖ ਰਿਹਾ ਹੈ ਵੀ ਪ੍ਰਵਾਨਗੀ ਲੈਣੀ ਬਣਦੀ ਸੀ ਪਰ ਸੰਗੀਤਾ ਹਾਂਡਾ ਨੇ ਨਹੀਂ ਲਈ। ਫਿਰ ਤਾਂ ਕਾਰਵਾਈ ਹੋਣੀ ਬਣਦੀ ਹੈ, ਕਾਰਵਾਈ ਹੋਈ ਹੋਣੀ ਹੈ। ਕੋਈ ਕਾਰਵਾਈ ਨਹੀਂ ਹੋਈ ਜੀ। ਉਸ ਉੱਤੇ ਜਿਹੜੇ ਹਾਇਰ ਐਜੂਕੇਸ਼ਨ ਸੈਕਟਰੀ ਨੇ ਉਹਨਾਂ ਨੇ ਟਿੱਪਣੀ ਕੀਤੀ ਵੀ ਇਹਦਾ ਪੈਨਸ਼ਨ ਸਰਟੀਫਿਕੇਟ ਕਲੀਅਰ ਕੀਤਾ ਜਾਵੇ। ਬੜੀ ਹੈਰਾਨੀ ਵਾਲੀ ਗੱਲ ਹੈ। ਇੱਕ ਵਾਰ ਤੁਸੀਂ ਆਰਟੀਆਈ ਤੋਂ ਰਾਹੀਂ ਜਿਹੜਾ ਤੁਸੀਂ ਜਵਾਬ ਲਈ ਨਹੀਂ, ਇੱਕ ਵਾਰ ਜ਼ਰੂਰ ਦਿਖਾਓ, ਸਵਾਲ ਵੀ ਪੜ੍ਹ ਕੇ ਸੁਣਾਓ ਤੇ ਉਹਦਾ ਜਵਾਬ। ਪ੍ਰਿੰਸੀਪਲ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵੱਲੋਂ HEIS ਵਿੱਚੋਂ ਬਿਨਾਂ ਸਰਕਾਰ ਦੀ ਪ੍ਰਵਾਨਗੀ ਤੋਂ 11,85,000 ਰੁਪਏ ਐਗਰੀਕਲਚਰ ਬਲਾਕ ਲਈ ਹੀ ਖਰਚ ਕੀਤੇ ਗਏ। ਇਹਦੇ ਵਿੱਚ ਜਿਹੜਾ ਇਨਕੁਆਰੀ ਅਫਸਰ ਹੈ ਉਹ ਸਿੱਧਾ ਲਿਖ ਰਿਹਾ ਕਿ ਪ੍ਰਿੰਸੀਪਲ ਨੂੰ ਨਿੱਜੀ ਤੌਰ ਤੇ DPI ਦਫ਼ਤਰ ਤੋਂ ਮਨਜ਼ੂਰੀ ਪ੍ਰਾਪਤ ਕਰਨੀ ਬਣਦੀ ਸੀ ਪਰ ਉਸਨੇ ਮਨਜ਼ੂਰੀ ਪ੍ਰਾਪਤ ਨਹੀਂ ਕੀਤੀ। ਇਹੀ ਪ੍ਰਿੰਸੀਪਲ ਆਪਣੇ ਜਵਾਬ ਵਿੱਚ ਕਹਿ ਰਹੀ ਹੈ ਕਾਲਜ ਨੇ ਇਸ ਦੀ ਪ੍ਰਵਾਨਗੀ ਲਈ ਪੱਤਰ ਨੰਬਰ DPI ਨੂੰ ਲਿਖ ਦਿੱਤਾ ਸੀ, ਜਿਸ ਦੀ DPI ਦਫ਼ਤਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਜਵਾਬ ਨਹੀਂ ਦਿੱਤਾ ਗਿਆ, ਫਿਰ ਉਸਾਰੀ ਕਿਵੇਂ ਕੀਤੀ? ਇਹੀ ਤਾਂ ਗੱਲ, ਇਹੀ ਤਾਂ ਸ਼ੱਕ ਦੇ ਘੇਰੇ। ਫਿਰ ਉਹਨਾਂ ਨੇ ਕਲੀਨ ਚਿੱਟ ਕਿਵੇਂ ਦਿੱਤੀ ਹੈ? ਇਹ ਹੁਣ ਆਪਣੇ ਹਾਇਰ ਐਜੂਕੇਸ਼ਨ ਸੈਕਟਰੀ ਦੱਸ ਸਕਦੇ ਨੇ ਵੀ ਉਹਨੇ ਕਿਸ ਤਰ੍ਹਾਂ ਪ੍ਰਿੰਸੀਪਲ ਸੰਗੀਤਾ ਹਾਂਡਾ ਨੂੰ, ਅੰਮ੍ਰਿਤ ਸਮਰਾ ਨੂੰ ਅਤੇ SS ਰੇਖੀ ਨੂੰ ਕਲੀਨ ਚਿੱਟ ਦਿੱਤੀ ਹੈ। ਜੇਕਰ ਉਹ ਕਿਸੇ ਦਬਾਅ ਹੇਠ ਦਿੱਤੀ ਹੈ ਤਾਂ ਇਹ ਸਰਾਸਰ ਨਿਯਮਾਂ ਦੀ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ। ਮੇਰੇ ਖਿਆਲ 'ਚ ਉਹਨਾਂ ਨੇ ਜੇ ਪੜ੍ਹੇ ਨਹੀਂ ਹੋਣੇ ਫਿਰ ਤਾਂ ਉਹਨਾਂ ਨੇ ਹੈਰਾਨੀ ਬੜੀ ਹੈ ਵੀ ਜਦੋਂ ਉਹ ਆਪ ਮੰਨ ਰਹੇ ਨੇ ਅਸੀਂ ਪਰਮਿਸ਼ਨ ਲਈ ਨਹੀਂ ਤੇ ਜਿਹੜੇ ਇਨਕੁਆਇਰੀ ਅਫਸਰ ਨੇ ਉਹ ਵੀ ਕਹਿ ਰਹੇ ਨੇ ਲੈਣੀ ਚਾਹੀਦੀ ਸੀ ਪਰਮਿਸ਼ਨ, ਉਸ ਤੋਂ ਬਾਵਜੂਦ ਵੀ ਕਲੀਨ ਚਿੱਟ ਮਿਲਣਾ। ਹੋਰ ਵੀ ਕੋਈ ਤੁਹਾਡੇ ਸਵਾਲਾਂ ਦੇ ਜਵਾਬ ਆਏ ਨੇ? ਹਾਂਜੀ, ਬਹੁਤ ਸਾਰੇ ਸਵਾਲਾਂ ਦੇ ਜਵਾਬ ਆਏ ਨੇ, ਜਿਸ ਵਿੱਚ ਕੰਸਟਰਕਸ਼ਨ ਨੂੰ ਲੈ ਕੇ ਵੀ ਜਵਾਬ ਦਿੱਤਾ ਗਿਆ ਹੈ। ਸਾਰਿਆਂ ਦੇ ਵਿੱਚ ਪ੍ਰਿੰਸੀਪਲ ਸੰਗੀਤਾ ਹਾਂਡਾ ਨੂੰ ਗਿਲਟੀ ਪਾਇਆ ਗਿਆ। ਆਹ ਦੇਖੋ ਪ੍ਰਿੰਸੀਪਲ ਦਾ ਆਪਦਾ ਵਰਸ਼ਨ ਸੁਣ ਲਓ ਕਿ ਜਦੋਂ ਉਸ ਤੋਂ 2 ਨੰਬਰ ਗੇਟ ਉੱਪਰ ਕੀਤੀ ਗਈ ਉਸਾਰੀ ਦੇ ਬਾਰੇ ਪੁੱਛਿਆ ਗਿਆ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਮਿਤੀ 19/1/18 ਨੂੰ ਪ੍ਰਸ਼ਾਸਨਿਕ ਪ੍ਰਵਾਨਗੀ ਲਈ ਲਿਖਿਆ ਗਿਆ ਸੀ, ਪਰੰਤੂ DPI ਕਾਲਜ ਵੱਲੋਂ ਇਸ ਸੰਬੰਧ ਵਿੱਚ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ। ਠੀਕ ਹੈ, ਜਦੋਂ ਤੁਹਾਨੂੰ ਮਨਜ਼ੂਰੀ ਨਹੀਂ ਮਿਲ ਰਹੀ ਤੁਸੀਂ ਸਰਕਾਰੀ ਥਾਂ ਤੇ ਕੰਸਟਰਕਸ਼ਨ ਕਿਸ ਦਬਾਅ ਹੇਠ ਆ ਕੇ ਕਰਾ ਰਹੇ ਹੋ? ਠੀਕ ਹੈ, ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਨੇ। ਸਾਰਿਆਂ ਦਾ ਜਵਾਬ ਇਹੀ ਹੈ ਵੀ ਮਨਜ਼ੂਰੀ ਨਹੀਂ ਦਿੱਤੀ ਗਈ। ਬਿਲਕੁਲ ਬਿਲਕੁਲ, ਸਾਰਿਆਂ 'ਚ ਇਹੀ ਕਿਹਾ ਗਿਆ। ਦੇਖੋ ਮੈਂ ਤਾਂ ਇਹ ਗੱਲ ਕਹਾਂਗਾ ਵੀ ਪੁਰਾਣੇ ਸਮੇਂ ਦੇ ਵਿੱਚ ਸੁਣਦੇ ਹੁੰਦੇ ਸੀ ਵੀ ਰੇਤ ਮਾਫੀਆ, ਠੀਕ ਹੈ, ਭੂ ਮਾਫੀਆ, ਪਰ ਇਹ ਹੁਣ ਸਿੱਖਿਆ ਮਾਫੀਆ ਜਿਹੜਾ ਨਵਾਂ ਸਾਡੇ ਯੁੱਗ ਦੇ ਵਿੱਚ ਉੱਭਰ ਕੇ ਆ ਰਿਹਾ ਹੈ, ਜਿਹੜਾ ਸਿੱਖਿਆ ਨੂੰ ਇੱਕ ਘੁਣ ਦੀ ਤਰ੍ਹਾਂ ਖਾ ਰਿਹਾ ਹੈ। ਨਾਲੇ ਹੈਰਾਨੀ ਵਾਲੀ ਗੱਲ ਇਹ ਹੈ ਸਿੱਖਿਆ ਮਾਫੀਆ ਆਇਆ ਵੀ ਕਿੱਥੇ ਹੈ? ਕੈਪਟਨ ਅਮਰਿੰਦਰ ਸਿੰਘ ਦੇ ਪੁਰਖਾਂ ਦੇ ਨਾਂ ਤੇ ਬਣੇ ਹੋਏ ਕਾਲਜ ਦੇ ਵਿੱਚ। ਬਿਲਕੁਲ ਸਹੀ ਗੱਲ ਹੈ ਜੀ। ਮਹਾਰਾਜਾ ਸਾਹਿਬ ਨੂੰ ਤਾਂ ਪਹਿਲ ਦੇ ਆਧਾਰ ਦੇ ਉੱਤੇ ਇਹਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਸੀ। ਅਸੀਂ ਤਾਂ ਹੁਣ ਵੀ ਕਹਿੰਦੇ ਹਾਂ ਵੀ ਹੁਣ ਵੀ ਸੁੱਤੇ ਹੋਏ ਜਾਗੋ, ਵੀ ਹੁਣ ਵੀ ਸਾਡੀਆਂ ਇਹ ਦਰਖਾਸਤਾਂ ਨੂੰ ਵਿਚਾਰੋ ਤੇ ਇਹਦੇ ਵਿੱਚ ਜੋ ਸਾਡੇ ਦਸਤਾਵੇਜ਼ ਲਗਾਏ ਗਏ ਨੇ ਇੱਕ ਵਾਰ ਕੋਈ ਦੇਖੋ IAS ਆਫੀਸਰ ਦਾ ਰੈਂਕ ਦਾ ਵਿਅਕਤੀ ਜੋ ਹਾਇਰ ਐਜੂਕੇਸ਼ਨ ਸੈਕਟਰੀ ਹੋਵੇ ਤੇ ਉਹ ਇਸ ਤਰ੍ਹਾਂ ਦੇ ਸਵਾਲ ਸੁਣ ਕੇ ਇੱਕ ਪ੍ਰਿੰਸੀਪਲ ਨੂੰ ਕਲੀਨ ਚਿੱਟ ਦੇਵੇ, ਉਹ ਓਬਵੀਅਸਲੀ ਉਹ ਕਿਸੇ ਪ੍ਰੈਸ਼ਰ ਹੇਠ ਆ ਕੇ ਉਹਨੂੰ ਕਲੀਨ ਚਿੱਟ ਦਿੱਤੀ ਗਈ ਹੈ। ਬਿਲਕੁਲ, ਦੇਖੋ ਸਵਾਲ ਉੱਠਣੇ ਬੜੇ ਲਾਜ਼ਮੀ ਨੇ। ਨਾਲੇ ਜਿਵੇਂ ਅਮਰਿੰਦਰ ਸਿੰਘ ਜੀ ਵੀ ਕਹਿ ਰਹੇ ਨੇ, ਦੂਜੇ ਅਮਰਿੰਦਰ ਸਿੰਘ ਜੀ ਨੂੰ ਅਪੀਲ ਕਰ ਰਹੇ ਨੇ ਵੀ ਹੁਣ ਤਾਂ ਨੀਂਦ ਤੋਂ ਜਾਗੋ। ਜੋ ਇਹ ਗੜਬੜ ਘੁਟਾਲੇ ਹੋ ਰਹੇ ਨੇ ਆਖਰ ਕਿਉਂ ਹੋ ਰਹੇ ਨੇ? ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਤੁਹਾਡੇ ਪੁਰਖਿਆਂ ਦੇ ਨਾਂ ਤੋਂ ਚੱਲ ਰਹੀ ਕਾਲਜ ਦੇ ਵਿੱਚ ਹੋ ਰਹੇ ਨੇ। ਵੱਡੀ ਗੱਲ ਹੈ ਇੱਕ ਬੰਦਾ ਸਰੇਆਮ ਮੰਨ ਰਿਹਾ ਹੈ ਕਿ ਮੈਂ ਫਾਈਲਾਂ ਲੈ ਕੇ ਗਿਆ, ਉਸ ਦੇ ਖਿਲਾਫ ਕਾਰਵਾਈ ਕਿਉਂ ਨਹੀਂ? ਜੇ ਉਹ ਫਾਈਲਾਂ ਲੈ ਕੇ ਗਿਆ ਇਟ ਮੀਨਸ ਇਸ ਦਾ ਮਤਲਬ ਇਹੋ ਹੈ ਕਿ ਉਸ ਦੇ ਦਿਲ ਵਿੱਚ ਚੋਰ ਸੀ, ਕੁਝ ਗੜਬੜ ਜ਼ਰੂਰ ਹੋਈ ਸੀ ਜਿਸ ਕਰਕੇ ਉਹਨਾਂ ਨੇ ਕਾਗਜ਼ ਜੋ ਨੇ ਉਹ ਖੁਰਦ-ਬੁਰਦ ਕਰ ਦਿੱਤੇ। ਪ੍ਰਿੰਸੀਪਲ ਨੇ ਐਕਸ਼ਨ ਕਿਉਂ ਨਹੀਂ ਲਿਆ? FIR ਕਿਉਂ ਨਹੀਂ ਕਟਵਾਈ? ਇਹ ਬੜਾ ਵੱਡਾ ਸਵਾਲ ਹੈ। ਇੱਕ ਨਿੱਜੀ ਬੰਦਾ ਕਿਵੇਂ ਸਰਕਾਰੀ ਜ਼ਮੀਨ ਤੇ ਦੁਕਾਨ ਵੀ ਬਣਾ ਗਿਆ ਤੇ ਕਾਲਜ ਕਹਿੰਦਾ 3 ਸਾਲ ਤੁਸੀਂ ਕਿਰਾਇਆ ਵੀ ਨਾ ਦਿਓ। ਇਹ ਰਾਜ ਕਿਹਦਾ ਚੱਲ ਰਿਹਾ ਹੈ ਸਮਝ ਨਹੀਂ ਆ ਰਹੀ, ਲੇਕਿਨ ਬੜਾ ਵੱਡਾ ਸਵਾਲ ਹੈ। ਹੁਣ ਇਨਕੁਆਇਰੀ ਵਿਜੀਲੈਂਸ ਕੋਲ ਵੀ ਲੱਗੀ ਹੈ। AIG ਆਸ਼ੀਸ਼ ਕਪੂਰ ਜੋ ਨੇ ਉਹਨਾਂ ਕੋਲ ਇਨਕੁਆਇਰੀ ਹੈ ਤੇ AIG ਆਸ਼ੀਸ਼ ਕਪੂਰ ਨੇ ਪਹਿਲਾਂ ਕਈ ਮਿਸਾਲਾਂ ਪੇਸ਼ ਕੀਤੀਆਂ ਨੇ ਵੱਡੇ ਧਨਾਡਾਂ ਦੇ ਖਿਲਾਫ ਕਾਰਵਾਈ ਕਰਕੇ। ਤੇ ਉਮੀਦ ਇਹੀ ਕਰਾਂਗੇ ਕਿ ਸ਼ਾਹੀ ਸ਼ਹਿਰ ਦੇ ਵਿੱਚ ਤੇ ਰਾਜਿਆਂ ਦੇ ਨਾਂ ਤੋਂ ਚੱਲ ਰਹੇ ਕਾਲਜ ਦੇ ਵਿੱਚ ਜੋ ਕੁਝ ਗੜਬੜ ਹੋਈ ਹੈ ਉਹ ਬੇਨਕਾਬ ਹੋਵੇ ਤੇ ਜੋ ਦੋਸ਼ੀ ਨੇ ਉਹਨਾਂ ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇ। ਤਾਂ ਜਿਹੜੇ ਪ੍ਰੋਫੈਸਰ ਨੇ, ਅਸਿਸਟੈਂਟ ਪ੍ਰੋਫੈਸਰ ਜਿਨ੍ਹਾਂ ਨੂੰ ਸੱਚ ਬੋਲਣ ਦੀ ਸਜ਼ਾ ਮਿਲੀ ਹੈ, ਚਾਹੇ ਅਮਰਿੰਦਰ ਸਿੰਘ ਟਿਵਾਣਾ ਨੇ, ਚਾਹੇ ਜੋਸ਼ੀ ਸਾਹਿਬ ਨੇ, ਚਾਹੇ ਇਹਨਾਂ ਦੇ ਹੋਰ ਸਾਥੀ ਨੇ, ਉਹਨਾਂ ਨੂੰ
ਇਨਸਾਫ ਮਿਲਣਾ ਬੜਾ ਜ਼ਰੂਰੀ ਹੈ, ਕਿਉਂਕਿ ਇਨਸਾਫ ਕਰਕੇ ਇਨਸਾਫ ਲੈਣ ਦੇ ਲਈ ਇਹ ਡਟੇ ਹੋਏ ਨੇ ਸੱਚ ਦੇ ਨਾਲ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।